ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਦੇਖਦੇ ਹੋਏ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲੋਕਡਾਊਨ ਕੀਤਾ ਗਿਆ ਸੀ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲਗਾਇਆ ਗਿਆ ਸੀ, ਜਿਸ ਨੂੰ ਕਿ ਹੁਣ 2 ਮਹੀਨੇ ਹੋਣ ਨੂੰ ਆਏ ਨੇ। ਜੇਕਰ ਗੱਲ ਕਰੀਏ ਇਹਨਾਂ 2 ਮਹੀਨਿਆਂ ਦੀ, ਤੇ ਇਸ ਦੇ ਵਿੱਚ ਬਹੁਤ ਸਾਰੀ ਇੰਡਸਟਰੀਜ਼, ਬਹੁਤ ਸਾਰੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੂੰ ਜਿਹੜਾ ਹੈ ਉਹ ਨੁਕਸਾਨ ਝੇਲਣਾ ਪਿਆ, ਫਿਰ ਭਾਵੇਂ ਉਹ ਫਾਈਨੈਂਸ਼ੀਅਲ ਲਾਸ ਹੋਵੇ ਜਾਂ ਫਿਰ ਹੋਵੇ ਬੱਚਿਆਂ ਦੀ ਸਟੱਡੀ ਦਾ ਲਾਸ। ਤੇ ਇਸ ਬਾਰੇ ਸਾਡੇ ਨਾਲ ਅੱਜ ਗੱਲ ਕਰਨ ਲਈ ਮੌਜੂਦ ਨੇ ਗਰੁੱਪ ਆਫ ਸਟੇਟ ਪਬਲਿਕ ਸਕੂਲ ਦੇ ਪ੍ਰੈਜ਼ੀਡੈਂਟ ਮਿਸਟਰ ਡਾਕਟਰ ਨਰੋਤਮ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਡਿਊਰਿੰਗ ਦਿਸ ਲੋਕਡਾਊਨ ਜਿਹੜਾ ਇੰਸਟੀਟਿਊਸ਼ਨਲ ਲਾਸ ਹੋਇਆ ਜਾਂ ਫਿਰ ਜਿਹੜੇ ਬੱਚਿਆਂ ਦੀ ਸਟੱਡੀਜ਼ ਹੈ ਉਸ ਦਾ ਲਾਸ ਹੋਇਆ, ਉਸ ਨੂੰ ਕਿਸ ਤਰੀਕੇ ਨਾਲ ਕਵਰ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਜਿਹੜਾ ਹੁਣ ਲੋਕਡਾਊਨ ਅੱਗੇ ਬਾਈ ਚਾਂਸ ਜੇ ਖੁੱਲਦਾ ਹੈ, ਜੇ ਇੰਸਟੀਟਿਊਸ਼ਨਸ ਨੂੰ ਕੋਈ ਰਾਹਤ ਮਿਲਦੀ ਹੈ ਤੇ ਉਸ ਦੇ ਅੱਗੇ ਕੀ ਪਲਾਨਸ ਨੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ, ਪਹਿਲਾ ਮੇਰਾ ਸਵਾਲ ਤੁਹਾਡੇ ਨਾਲ ਇਹੀ ਹੈ ਕਿ ਜਿਹੜਾ ਲੋਕਡਾਊਨ ਦਾ ਪੀਰੀਅਡ ਰਿਹਾ, ਇਸ ਲੋਕਡਾਊਨ ਦੇ ਪੀਰੀਅਡ ਦੇ ਵਿੱਚ ਇੰਸਟੀਟਿਊਸ਼ਨਸ ਪ੍ਰੋਪਰ ਤਰੀਕੇ ਨਾਲ ਬੰਦ ਰਹੇ ਸੀ ਕਿਉਂਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਜ਼ਰੂਰੀ ਸੀ, ਤੇ ਬੱਚੇ ਜਿਹੜੇ ਨੇ ਇੰਸਟੀਟਿਊਸ਼ਨਸ ਦੇ ਵਿੱਚ ਕੋਲ ਬਹਿੰਦੇ ਨੇ, ਜਿਸ ਕਰਕੇ ਇਸ ਚੀਜ਼ ਦਾ ਪ੍ਰੋਪਰ ਖਿਆਲ ਰੱਖਿਆ ਗਿਆ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ। ਇਸ ਜਿਹੜਾ ਲੋਕਡਾਊਨ ਦੇ ਦੌਰਾਨ ਸਪੈਸ਼ਲੀ ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ, ਜੇ ਤੁਹਾਡੇ ਇੰਸਟੀਟਿਊਸ਼ਨ ਦੀ ਗੱਲ ਕਰੀਏ, ਕਿਸ ਤਰੀਕੇ ਦੇ ਜਿਹੜੇ ਲਾਸਿਸ ਨੇ ਉਹ ਫੇਸ ਕਰਨੇ ਪਏ ਨੇ? ਸਭ ਤੋਂ ਪਹਿਲਾਂ ਤਾਂ ਮੈਂ ਦੈਨਿਕ ਸਵੇਰਾ ਅਦਾਰੇ ਦਾ ਜਿਹੜੇ ਸਟਾਫ ਮੈਂਬਰਸ ਇਸ ਵੇਲੇ ਮੇਰੀ ਇੰਟਰਵਿਊ ਲੈਣ ਆਏ ਉਹਨਾਂ ਦਾ ਤੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਜਿੱਥੋਂ ਤੱਕ ਕਰੋਨਾ ਵਾਇਰਸ ਕਰਕੇ ਜੋ ਸਾਰੇ ਹਾਲਾਤ ਸੰਸਾਰ ਵਿੱਚ ਬਣੇ ਹਨ, ਉਸ ਦੇ ਨਾਲ ਅਲੱਗ-ਅਲੱਗ ਸਰਕਾਰਾਂ ਆਪਣੇ ਢੰਗ ਨਾਲ ਉਸ ਨੂੰ ਪੂਰੀ ਤਰ੍ਹਾਂ ਫੇਸ ਕਰ ਰਹੇ ਹਨ, ਜਿਹਦੇ ਵਿੱਚ ਕੇਂਦਰ ਦੀ ਸਰਕਾਰ, ਪੰਜਾਬ ਸਰਕਾਰ, ਇਹਨਾਂ ਨੇ ਇੱਕ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੂੰ ਮੈਨੇਜ ਹੁਣ ਤੱਕ ਕੀਤਾ ਹੋਇਆ ਹੈ। ਦੂਸਰੀ ਗੱਲ, ਜਿਹੜੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਬੱਚਿਆਂ ਦਾ ਜੋ ਪੜ੍ਹਾਈ ਦਾ ਲਾਸ ਤੁਸੀਂ ਮੈਨੂੰ ਸਵਾਲ ਕੀਤਾ ਹੈ, ਮੈਂ ਇਹ ਦਾਅਵਾ ਕਰ ਸਕਦਾ ਕਿ ਬਹੁਤ ਸਾਰੇ ਪ੍ਰਾਈਵੇਟ ਸਕੂਲਾਂ 'ਚ ਜੋ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦਿੱਤੀ ਜਾ ਰਹੀ ਹੈ, ਉਸ ਦੇ ਨਾਲ ਸ਼ਾਇਦ 5 ਤੋਂ 10% ਵੀ ਬੱਚਿਆਂ ਦਾ ਐਜੂਕੇਸ਼ਨ ਦਾ ਨੁਕਸਾਨ ਨਹੀਂ ਹੋਇਆ। ਲੇਕਿਨ ਜੇ ਨੁਕਸਾਨ ਹੋਇਆ ਤਾਂ ਸਾਡੇ ਟੀਚਰਸ ਦਾ, ਕਿਉਂ ਜੋ ਜਿਨ੍ਹਾਂ ਨੇ ਦਿਨ ਰਾਤ ਕਰਕੇ ਟੀਚਰਸ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦੇ ਰਿਹਾ। ਸਰਕਾਰਾਂ ਦੇ ਇਸ ਫੈਸਲੇ ਨਾਲ ਕਿ ਸਕੂਲ ਵਾਲੇ ਪੇਰੈਂਟਸ ਕੋਲੋਂ ਫੀਸ ਨਹੀਂ ਮੰਗਣਗੇ, ਨਹੀਂ ਲੈ ਸਕਦੇ, ਉਹਦੇ ਨਾਲ ਟੀਚਰਸ ਨੂੰ ਸੈਲਰੀ ਵੀ ਕੁਝ ਸਕੂਲ, ਕਾਫੀ ਸਕੂਲ ਨਹੀਂ ਦੇ ਸਕੇ। ਔਰ ਟੀਚਰਸ ਨੂੰ ਇਸ ਸਮੇਂ 'ਤੇ ਡੀਮੋਰਲਾਈਜ਼ ਕਰਨਾ ਜੋ ਸਰਕਾਰ ਦੇ ਫੈਸਲਿਆਂ ਨਾਲ ਹੋਇਆ ਹੈ, ਮੇਰੇ ਹਿਸਾਬ ਨਾਲ ਉਹ ਟੀਚਰ 'ਤੇ ਬਹੁਤ ਵੱਡਾ ਇੱਕ ਬੋਝ ਬਣਿਆ ਜਾਂ ਉਹਨਾਂ ਨਾਲ ਪਰੇਸ਼ਾਨੀ ਉਹਨਾਂ ਨੂੰ ਝੱਲਣੀ ਪਈ। ਤੇ ਜਿਹੜੇ ਹੁਣ ਸਰਕਾਰ ਨੇ ਤਾਂ ਚਲੋ ਇਸ ਕਿਹਾ ਸੀਗਾ ਕਿ ਤੁਸੀਂ ਫੀਸ ਨਹੀਂ ਮੰਗਣੀ ਹੈਗੀ, ਤੁਸੀਂ ਇਹ ਵੀ ਦੱਸਿਆ ਕਿ ਉਹਨਾਂ ਟੀਚਰਸ ਨੂੰ ਬਹੁਤ ਲਾਸ ਹੋਇਆ, ਟੀਚਰ ਬਹੁਤ ਸਾਰੇ ਡੀਮੋਰਲਾਈਜ਼ ਵੀ ਹੋਏ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਚੀਜ਼ ਦਾ ਜਿਹੜਾ ਹੱਲ ਹੈ ਉਹ ਕੀ ਕੀਤਾ ਜਾ ਸਕਦਾ ਹੈ ਕਿ ਕਿਸੇ ਤਰੀਕੇ ਜਿਹੜੇ ਹੈ ਤੁਹਾਡੇ ਟੀਚਰਸ ਜਾਂ ਇੰਸਟੀਟਿਊਸ਼ਨਸ ਜਿਹੜੇ ਨੇ ਉਹਨਾਂ ਨੂੰ ਕਿਸੇ ਤਰੀਕੇ ਦਾ ਨੁਕਸਾਨ ਨਾ ਝੱਲਣਾ ਪਵੇ? ਤੇ ਦੂਜਾ ਸਵਾਲ ਨਾਲ ਇਹ ਵੀ ਆਉਂਦਾ ਹੈ ਕਿ ਆਨਲਾਈਨ ਸਟੱਡੀਜ਼ ਤੁਹਾਨੂੰ ਕੀ ਲੱਗਦਾ ਹੈ, ਵਾਜ਼ ਇਟ ਅ ਪ੍ਰੈਫਰੇਬਲ ਹੱਲ ਸੀਗਾ ਇਸ ਚੀਜ਼ ਦਾ ਕਿ ਬੱਚਿਆਂ ਦੀ ਜਿਹੜੀ ਸਟੱਡੀ ਲਾਸ ਨਾ ਹੋਵੇ? ਕਿਉਂਕਿ ਬੱਚੇ ਜ਼ਿਆਦਾਤਰ ਆਨਲਾਈਨ ਤਾਂ ਕਰਦੇ ਹੀ ਕਰਦੇ ਆ, ਬਟ ਬੁੱਕਸ ਦੇ ਵਿੱਚੋਂ ਵੀ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਲੈਣੀ ਹੁੰਦੀ ਉਹ ਵੀ ਜ਼ਰੂਰੀ ਹੋ ਜਾਂਦੀ ਕਿਉਂਕਿ ਬੁੱਕਸ ਹਾਲੇ ਤੱਕ ਪ੍ਰੋਵਾਈਡ ਨਹੀਂ ਹੋਈਆਂ। ਦੇਖੋ, ਜਿੱਥੋਂ ਤੱਕ ਬੁੱਕਸ ਦੀ ਗੱਲ ਹੈ, ਬੱਚਿਆਂ ਨੂੰ ਬੁੱਕਸ ਜਿਹੜੀਆਂ ਪ੍ਰੋਵਾਈਡ ਕਰ ਦਿੱਤੀਆਂ ਗਈਆਂ ਸੀ। ਠੀਕ ਇਹ ਗੱਲ ਹੈਗੀ ਕਿ ਬੱਚਿਆਂ ਨੂੰ ਸਕਰੀਨ 'ਤੇ ਪੜ੍ਹਨ ਦਾ ਕੋਈ ਅਭਿਆਸ ਨਹੀਂ ਹੈ, ਉਹ ਬਹੁਤ ਜਲਦੀ ਥੱਕ ਜਾਂਦੇ ਨੇ, ਇਰੀਟੇਟ ਹੋ ਜਾਂਦੇ ਨੇ। ਜਿਹੜੀ ਕਿਤਾਬਾਂ ਰਾਹੀਂ ਐਜੂਕੇਸ਼ਨ ਆ, ਉਹਦਾ ਕੋਈ ਆਲਟਰਨੇਟਿਵ ਜਿਹੜਾ ਆਨਲਾਈਨ ਐਜੂਕੇਸ਼ਨ ਨਹੀਂ ਬਣ ਸਕਦੀ, ਇਹ ਬਿਲਕੁਲ ਕਲੀਅਰ ਹੈ। ਲੇਕਿਨ ਇਸ ਹਾਲਾਤਾਂ ਦੇ ਵਿੱਚ ਜਿਹੜਾ ਆਲਟਰਨੇਟਿਵ ਇਹ ਪ੍ਰਾਈਵੇਟ ਸਕੂਲਾਂ ਨੇ, ਗੌਰਮੈਂਟ ਸਕੂਲਾਂ ਨੇ ਬੱਚਿਆਂ ਨੂੰ ਦਿੱਤਾ ਹੈ, ਇਹ ਬਹੁਤ ਜ਼ਰੂਰੀ ਸੀ। ਔਰ ਕੁਛ ਹੱਦ ਤੱਕ ਬੱਚਿਆਂ ਦਾ ਜਿਹੜਾ ਨੁਕਸਾਨ ਐਜੂਕੇਸ਼ਨ ਦਾ ਆ, ਉਹਨੂੰ ਪੂਰਾ ਕੀਤਾ ਜਾ ਸਕਿਆ। ਤੇ ਜੇ ਆਪਾਂ ਗੱਲ ਕਰੀਏ, ਉਹੀ ਮੈਂ ਫੇਕ ਕੋਈ ਦੁਹਰਾਨਾ ਕਿ ਜਿਹੜੀ ਟੀਚਰਸ ਦਾ ਤੁਸੀਂ ਕਿਹਾ ਡੀਮੋਰਲਾਈਜ਼ ਹੋਏ ਨੇ, ਉਸ ਚੀਜ਼ ਦਾ ਜਿਹੜਾ ਹੱਲ ਹੈ ਉਹ ਤੁਸੀਂ ਕਿਸ ਤਰੀਕੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਬੀਇੰਗ ਪ੍ਰੈਜ਼ੀਡੈਂਟ ਆਫ ਗਰੁੱਪ ਆਫ ਇੰਸਟੀਟਿਊਸ਼ਨ, ਤੁਸੀਂ ਉਸ ਚੀਜ਼ ਦਾ ਕੁਝ ਹੱਲ ਲੱਭਿਆ ਸੀ?
ਦੇਖੋ ਤੁਸੀਂ ਹੁਣ ਇਹ ਸਪਸ਼ਟ ਨਜ਼ਰ ਆ ਰਿਹਾ ਵੀ ਜਿਹੜੇ ਕੁਛ ਪੁਲਿਸ ਵਾਲਿਆਂ ਨੇ ਬਹੁਤ ਅੱਛੀ ਡਿਊਟੀ ਨਿਭਾਈ, ਡਾਕਟਰਸ ਨੇ ਬਹੁਤ ਅੱਛੀ ਡਿਊਟੀ ਨਿਭਾਈ, ਨਰਸਸ ਨੇ ਬਹੁਤ ਅੱਛੀ ਡਿਊਟੀ ਨਿਭਾਈ, ਜਿਹੜੀ ਸਾਡੇ ਆਰਮੀ ਵਾਲਿਆਂ ਨੇ ਉਹਨਾਂ ਦੇ ਹਸਪੀਟਲਸ ਤੇ ਉਹਨਾਂ ਦੇ ਲਈ ਫਲਾਵਰਸ ਸ਼ੋਰ ਕੀਤੇ ਗਏ, ਪਲੱਸ ਉਹਨਾਂ ਲਈ ਕਲੈਪਿੰਗ ਕੀਤੀ ਗਈ। ਜਿਹੜੇ ਨਜ਼ਰ ਨਹੀਂ ਆਏ ਸਾਡੇ ਟੀਚਰਸ, ਲੇਕਿਨ ਉਹਨਾਂ ਦੇ ਬਰਾਬਰ ਦਾ ਹੀ ਕੰਮ ਬੱਚਿਆਂ ਲਈ ਕੀਤਾ ਹੈ, ਜਿਹੜਾ ਕਿ ਸਾਡਾ ਕੱਲ੍ਹ ਨੂੰ ਭਵਿੱਖ ਬਣਨਾ ਹੈ। ਉਹਨਾਂ ਨੂੰ ਵੀ ਐਪਰੀਸ਼ੀਏਸ਼ਨ ਦੀ ਲੋੜ ਸੀ, ਜਿੱਥੇ ਕਿ ਸਰਕਾਰਾਂ ਫੇਲ ਹੋਈਆਂ ਜਾਂ ਸਮਾਜ ਵੀ ਫੇਲ ਹੋਇਆ। ਉਹਨਾਂ ਨੂੰ ਮੋਰਲੀ ਬੂਸਟ ਕਰਨਾ, ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਉਹਨਾਂ ਨੂੰ ਇਹ ਕਿਹਾ ਸੀ ਵੀ ਤੁਹਾਡਾ ਇੱਕ ਇੱਕ ਪੈਸਾ ਵੀ ਜਿਹੜਾ ਤਨਖਾਹ ਦਾ ਆਇਆ ਉਹ ਤੁਹਾਨੂੰ ਮਿਲੇਗਾ, ਕੋਈ ਕੱਟਿਆ ਨਹੀਂ ਜਾਏਗਾ। ਲੇਕਿਨ ਦੇਰ ਹੋ ਸਕਦੀ ਹੈ, ਲੇਕਿਨ ਅੱਜ ਹੀ ਗੌਰਮੈਂਟ ਦਾ ਜੋ ਕੱਲ੍ਹ ਫੈਸਲਾ ਆਇਆ, ਅੱਜ ਪੇਪਰਸ ਦੇ ਵਿੱਚ ਹੈ, ਉਹਨਾਂ ਨੇ ਸਬਸਟੈਂਸ਼ੀਅਲ ਰਿਲੀਫ ਦਿੱਤੀ ਹੈ, ਲੇਕਿਨ ਉਹ ਦੂਰਅੰਦੇਸ਼ੀ ਵਾਲਾ ਫੈਸਲਾ ਨਹੀਂ ਹੈ। ਲੇਕਿਨ ਕਹਿੰਦੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਿਹੜੀ ਹੈ ਟਿਊਸ਼ਨ ਫੀਸ ਲੈ ਸਕਦੇ ਹੋ। ਚਲੋ ਇਸ ਦੇ ਨਾਲ ਅਸੀਂ ਕਮ ਸੇ ਕਮ ਟੀਚਰਸ ਨੂੰ, ਆਪਣੇ ਨੌਨ ਟੀਚਿੰਗ ਸਟਾਫ ਨੂੰ ਸੈਲਰੀਜ਼ ਦੇਣ ਦੇ ਕਾਬਿਲ ਹੋ ਸਕਾਂਗੇ। ਜੇਕਰ ਗੱਲ ਕੀਤੀ ਜਾਵੇ, ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 20 ਲੱਖ ਕਰੋੜ ਰੁਪਏ ਦੇ ਫੰਡਸ ਦੀ ਜਿਹੜੀ ਹੈ ਉਹ ਗੱਲ ਕੀਤੀ ਸੀ ਕਿ ਜਿਹੜੇ ਭਾਰਤ ਦੇਸ਼ ਦੇ ਆਰਥਿਕ ਸਥਿਤੀ ਨੂੰ ਜਿਹੜੀ ਹੈ ਉਹ ਕਿਸੇ ਨਾ ਕਿਸੇ ਤਰੀਕੇ ਟਰੈਕ ਤੇ ਲੈ ਕੇ ਆਉਣਗੇ। ਤੇ ਜੇਕਰ ਗੱਲ ਕਰੀਏ ਉਹਨਾਂ ਦਾ ਫਾਇਦਾ MSMEs ਜਾਂ ਕਿਸਾਨਾਂ ਨੂੰ, ਜਾਂ ਜਿਹੜੀ ਲੇਬਰ ਕਲਾਸ ਹੈ, ਜਿਹੜੇ ਲੇਬਰ ਕਲਾਸ ਲੋਕ ਨੇ ਉਹਨਾਂ ਨੂੰ, ਜਾਂ ਹੋਰ ਕੁਛ ਕੁ ਲੋਕਾਂ ਨੂੰ ਜਿਹੜਾ ਉਹਦਾ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਤੁਹਾਨੂੰ ਕੀ ਲੱਗਦਾ ਉਸ ਜਿਹੜਾ ਫੰਡ ਆਪਣੇ ਭਾਰਤ ਦੇਸ਼ ਦੇ ਲਈ ਆਇਆ, ਇਹ ਜਿਹੜਾ ਨਰਿੰਦਰ ਮੋਦੀ ਸਰਕਾਰ ਨੇ ਇੰਟਰੋਡਿਊਸ ਕੀਤਾ, ਇਸ ਦਾ ਫਾਇਦਾ ਕਿਸ ਤਰੀਕੇ ਦੇ ਨਾਲ ਇੰਸਟੀਟਿਊਸ਼ਨਸ ਨੂੰ ਜਾਂ ਸਕੂਲਾਂ ਨੂੰ, ਇਹ ਕਿਸ ਤਰੀਕੇ ਨਾਲ ਹੋ ਸਕਦਾ? ਇਹ ਇੱਕ ਬੜੀ ਵਿਡੰਬਨਾ ਰਹੀ ਹੈ ਵੀ ਸਰਕਾਰਾਂ ਜਿਹੜੀਆਂ ਆਪਣੇ ਜਨਤਾ ਦੀ ਬਿਹਤਰੀ ਲਈ ਅਲੱਗ-ਅਲੱਗ ਪ੍ਰੋਗਰਾਮ ਉਲੀਕਦੀਆਂ, ਲੇਕਿਨ ਇਸ ਪੈਰਾਮੀਟਰ 'ਤੇ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਹੈ ਉਹਨਾਂ ਨਾਲ ਬਹੁਤ ਵੱਡਾ ਵਿਤਕਰਾ ਹੁੰਦਾ ਰਿਹਾ। ਉਹਨਾਂ ਨੂੰ ਸਰਕਾਰਾਂ ਨੇ ਕਦੀ ਵੀ ਗਲੇ ਨਹੀਂ ਲਗਾਇਆ, ਜਦੋਂ ਕਿ ਪ੍ਰਾਈਵੇਟ ਇੰਸਟੀਟਿਊਸ਼ਨਸ ਇੱਕ ਬਹੁਤ ਉੱਚ ਕੋਟੀ ਦੀ ਸਿੱਖਿਆ ਦੇ ਕੇ ਇੱਕ ਬੜੀ ਸਕਾਰਾਤਮਕ ਭੂਮਿਕਾ ਨਿਭਾ ਰਹੇ ਹੈ। ਬਜਾਏ ਕਿ ਗੌਰਮੈਂਟ ਆਪਣੇ ਸਕੂਲਾਂ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਅਪਣਾ ਰਹੀ ਹੈ, ਉਹਨਾਂ ਨੂੰ ਇੰਪਰੂਵ ਕਰ ਰਹੀ ਹੈ। ਜਿਵੇਂ ਪੰਜਾਬ ਦੇ ਵਿੱਚ ਪਿਛਲੇ 2-3 ਸਾਲਾਂ ਦੇ ਵਿੱਚ ਸਾਡੇ ਐਜੂਕੇਸ਼ਨ ਸੈਕਟਰੀ ਸਾਹਿਬ ਨੇ ਕਾਫੀ ਇੰਪਰੂਵਮੈਂਟ ਕੀਤੀ ਹੈ, ਲੇਕਿਨ ਇਹਨਾਂ ਸਰਕਾਰਾਂ ਦੀ ਜੋ ਬੱਚੇ ਗੌਰਮੈਂਟ ਸਕੂਲਾਂ 'ਚ ਨਹੀਂ ਪੜ੍ਹਦੇ, ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹੈ, ਉਹਨਾਂ ਪ੍ਰਤੀ ਵੀ ਓਨੀ ਹੀ ਜ਼ਿੰਮੇਵਾਰੀ ਬਣਦੀ ਹੈ। ਅੱਜ ਤੱਕ ਤੁਸੀਂ ਮੈਨੂੰ ਦੱਸ ਦਿਓ ਕੋਈ ਐਗਜ਼ਾਮਪਲ, ਪ੍ਰਾਈਵੇਟ ਸਕੂਲਾਂ 'ਚ ਜਿਹੜੇ ਬੱਚੇ ਪੜ੍ਹਦੇ ਅੱਜ ਤੱਕ ਸਰਕਾਰ ਨੇ ਕੀ ਦਿੱਤਾ? ਸਗੋਂ ਉਹਨਾਂ ਕੋਲ ਹੋਰ ਲੈਂਦੇ ਨੇ, ਖੋਹਦੇ ਨੇ। ਕਿਵੇਂ? ਜਿਹੜੀ ਟਰਾਂਸਪੋਰਟੇਸ਼ਨ ਪ੍ਰਾਈਵੇਟ ਸਕੂਲ ਦਿੰਦੇ ਆ, ਸਾਨੂੰ ਉੱਤੇ ਸਰਕਾਰਾਂ ਟੈਕਸ ਲੈਂਦੀਆਂ, ਉਹ ਸਾਡੇ ਕੋਲ ਟੈਕਸ ਨਹੀਂ ਲੈਂਦੀਆਂ, ਉਹ ਬੱਚਿਆਂ ਕੋਲ ਟੈਕਸ ਜਾਂਦਾ। ਸੱਚਾਈ ਇਹ ਹੈ, ਉਹ ਬੱਚੇ ਹੀ ਪੇ ਕਰਦੇ ਆ ਟੈਕਸ। ਇਹ ਗੌਰਮੈਂਟ ਦਾ ਦਾਇਤਵ ਠੀਕ ਹੈ? ਇਹਨੂੰ ਕਿਸ ਪੈਰਾਮੀਟਰ 'ਤੇ ਅਸੀਂ ਠੀਕ ਕਹਿ ਸਕਦੇ ਹਾਂ? ਦੂਸਰੀ ਗੱਲ, ਅਗਰ ਕੋਈ ਪ੍ਰਾਈਵੇਟ ਸਕੂਲ ਇਹਨਾਂ ਕੋਲ ਕਿਸੇ ਕਿਸਮ ਦੀ ਹੈਲਪ ਨਹੀਂ ਲੈ ਰਿਹਾ, ਕਮ ਸੇ ਕਮ ਉਹ ਬਹੁਤ ਅੱਛੀ ਇੱਕ ਸਮਾਜ ਦੀ ਸਿਰਜਣਾ ਦੇ ਵਿੱਚ ਹਿੱਸਾ ਪਾ ਰਿਹਾ, ਕੀ ਉਹਨਾਂ ਨੂੰ ਰਿਸਪੈਕਟ ਨਹੀਂ ਦੇਣੀ ਚਾਹੀਦੀ? ਕੀ ਉਹਨਾਂ ਨੂੰ ਆ ਕੇ ਸਰਕਾਰਾਂ ਦੇ ਨੁਮਾਇੰਦੇ ਜਿਹੜੇ DC ਸਾਹਿਬ, CP ਸਾਹਿਬ, DO ਸਾਹਿਬ, ਕਦੀ ਕਿਸੇ ਸਕੂਲ 'ਚ ਆ ਕੇ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਤਾਂ ਨਹੀਂ? ਇਹ ਮਤਰੇਈ ਮਾਂ ਵਾਲਾ ਸਲੂਕ ਜਿਹੜਾ, ਇਹ ਕਿਉਂ? ਮੇਰੀ ਸਮਝ ਤੋਂ ਬਾਹਰ ਹੈ। ਤੇ ਜੇਕਰ ਗੱਲ ਕਰੀਏ ਸਰ, ਤੁਹਾਡੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ CBSE ਐਫੀਲੀਏਟਿਡ ਨੇ। CBSE ਦੀ ਪੰਜਾਬ ਬੋਰਡ ਨੇ ਤਾਂ ਜਿਹੜੇ ਬੱਚੇ ਨੇ, ਕੁਛ ਤਾਂ ਉਹਨਾਂ ਦੇ ਪ੍ਰੀਵੀਅਸ ਜਿਹੜੇ ਉਹਨਾਂ ਦੇ ਰਿਕਾਰਡਸ ਨੇ ਜਾਂ ਪ੍ਰੀਵੀਅਸ ਉਹਨਾਂ ਦੀ ਸਟੱਡੀਜ਼ ਨੇ, ਪ੍ਰੀ ਬੋਰਡ ਦੇ ਐਗਜ਼ਾਮੀਨੇਸ਼ਨਸ ਨੇ, ਉਹਨਾਂ ਦੇ ਉੱਤੇ ਜਿਹੜਾ ਹੈ ਉਹਨਾਂ ਨੂੰ ਅੱਗੇ ਪ੍ਰਮੋਟ ਕਰ ਦਿੱਤਾ।
ਪਰ ਸੀਬੀਐਸਈ ਬੋਰਡ ਦਾ ਕਹਿਣਾ ਹੈ ਕਿ ਉਹ 10ਵੀਂ ਤੇ 12ਵੀਂ ਦੇ ਜਿਹੜੇ ਬੋਰਡ ਦੇ ਪੇਪਰ ਨੇ ਉਹ ਲਿੱਤੇ ਜਾਣਗੇ ਤੇ ਉਹਨਾਂ ਨੂੰ ਬੱਚਿਆਂ ਨੂੰ ਉਸੇ ਦੇ ਆਧਾਰ ਦੇ ਉੱਤੇ ਅੱਗੇ ਪ੍ਰਮੋਟ ਕੀਤਾ ਜਾਏਗਾ। ਤੁਹਾਨੂੰ ਇਸ ਚੀਜ਼ ਨੂੰ ਦੇਖਦੇ ਹੋਏ ਸੀਬੀਐਸਈ ਵੱਲੋਂ ਕਿਸੇ ਤਰੀਕੇ ਦੀ ਕੋਈ ਗਾਈਡਲਾਈਨ ਜਾਂ ਕੁਝ ਡੇਟ ਸਾਹਮਣੇ ਹੈ? ਕਿਉਂਕਿ ਹੁਣ ਥੋੜੇ ਟਾਈਮ ਤੱਕ ਜਿਹੜਾ ਹੈ 17 ਤਰੀਕ ਤੱਕ ਜਿਹੜਾ ਲਾਕਡਾਊਨ ਦਾ ਤੀਸਰਾ ਜਿਹੜਾ ਭਾਗ ਹੈ ਉਹ ਖਤਮ ਹੋ ਜਾਏਗਾ ਤੇ ਮੋਦੀ ਸਾਹਿਬ ਨੇ ਆਲਰੇਡੀ ਚੌਥਾ ਭਾਗ ਵੀ ਅਨਾਉਂਸ ਕਰ ਦਿੱਤਾ। ਦੇਖੋ, ਸੀਬੀਐਸਈ ਨੇ 1 ਜੁਲਾਈ ਤੋਂ 15 ਜੁਲਾਈ ਤੱਕ ਜਿਹੜੇ +2 ਦੇ ਪੇਪਰ ਰਹਿ ਗਏ ਆ ਉਹਨਾਂ ਨੂੰ ਕਰਨ ਦੀਆਂ ਤਰੀਕਾਂ ਨਿਸ਼ਚਿਤ ਕਰ ਦਿੱਤੀਆਂ ਗਈਆਂ। ਉਹਨਾਂ ਦੀ ਡਿਟੇਲ ਥੋੜ੍ਹੇ ਦਿਨਾਂ 'ਚ ਆ ਜਾਏਗੀ, ਕਿਉਂ ਜੋ ਸਾਡਾ ਇੱਕ ਸਕੂਲ ਸੀਬੀਐਸਈ ਦਾ ਵੱਲੋਂ ਬਣਾਇਆ ਇੱਕ ਐਗਜ਼ਾਮੀਨੇਸ਼ਨ ਸੈਂਟਰ ਵੀ ਹੈ। ਸੋ ਉਹਨਾਂ ਦੇ ਜਦੋਂ ਐਗਜ਼ਾਮ ਹੋਣਗੇ ਉਸ ਤੋਂ ਬਾਅਦ ਜਿਹੜੇ ਰਿਜ਼ਲਟ ਹੈ ਸੀਬੀਐਸਈ ਡਿਕਲੇਅਰ ਕਰੇਗੀ। ਇਹ ਉਹਨਾਂ ਦੀਆਂ ਗਾਈਡਲਾਈਨਸ ਨੇ। ਤੇ ਸਰ ਜਿਹੜੇ ਹੁਣ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਸਰਕਾਰ ਵੱਲੋਂ ਜਿਹੜੇ ਹੈ ਤੁਸੀਂ ਕਿਸ ਤਰੀਕੇ ਦੀ ਮੰਗ ਰੱਖਦੇ ਹੋ? ਕਿਉਂਕਿ ਤੁਸੀਂ ਹੁਣੇ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਤੁਸੀਂ ਦੱਸੀਆਂ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਕੀ ਡਿਫਰੈਂਸ਼ੀਏਸ਼ਨਸ ਨੇ, ਕੀ ਉਹਨਾਂ ਦੇ ਵਿੱਚ ਪ੍ਰੋਬਲਮਸ ਆਈਆਂ ਨੇ, ਤੁਸੀਂ ਸਰਕਾਰ ਕੋਲੋਂ ਜਾਂ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਜਲੰਧਰ ਦਾ ਉਸ ਤੋਂ ਕੀ ਮੰਗ ਰੱਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਵੇਂ ਮੋਦੀ ਸਾਹਿਬ ਇੱਕ ਸੁਪਨਾ ਲੈ ਰਹੇ ਆ ਵੀ 21ਵੀਂ ਸਦੀ ਜਿਹੜੀ ਹੈ ਉਹ ਭਾਰਤ ਦੀ ਹੋਵੇਗੀ, ਇਸ ਨੂੰ ਸਾਕਾਰ ਕਰਨ ਦੇ ਵਿੱਚ ਮੈਂ ਜੋ ਸਮਝਦਾ ਹੈ, ਜੋ ਐਜੂਕੇਸ਼ਨ ਬੱਚਿਆਂ ਨੂੰ ਮਿਲਣੀ ਚਾਹੀਦੀ, ਚਾਹੇ ਉਹ ਗੌਰਮੈਂਟ ਸਕੂਲਸ ਦੇ ਵਿੱਚ ਹੋਵੇ ਚਾਹੇ ਉਹ ਪ੍ਰਾਈਵੇਟ ਸਕੂਲਸ ਦੇ ਹੋਵੇ, ਉਹਨਾਂ ਨੂੰ ਐਜੂਕੇਸ਼ਨ ਜਿਹੜੀ ਉੱਚ ਕੋਟੀ ਦੀ ਮਿਲਣੀ ਚਾਹੀਦੀ ਹੈ, ਜਿਹਦੇ ਵਿੱਚ ਅਸੀਂ ਉਹਨਾਂ ਨੂੰ ਲਾਈਫ ਸਕਿੱਲਸ ਇਹੋ ਜਿਹੀਆਂ ਸਿਖਾਈਆਂ ਜਾਣ ਵੀ ਉਹਨਾਂ ਦੇ ਵਿੱਚ ਸਵੈ ਅਭਿਮਾਨ ਪੈਦਾ ਕੀਤਾ ਜਾਵੇ। ਸਵੈ ਅਭਿਮਾਨ ਤੋਂ ਬਾਅਦ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਨਾਂ ਦੀ 'ਚ ਇੱਕ ਨੈਸ਼ਨੈਲਿਟੀ ਪੈਦਾ ਕੀਤੀ ਜਾਵੇ, ਕਰੈਕਟਰ ਬਿਲਡਿੰਗ ਪੈਦਾ ਕੀਤੀ ਜਾਵੇ। ਇਸ ਤੋਂ ਬਗੈਰ ਕੋਈ ਵੀ ਸਮਾਜ ਅੱਗੇ ਨਹੀਂ ਵੱਧ ਸਕਦਾ। ਇਹ 3 ਚੀਜ਼ਾਂ ਦੀ ਮੇਜਰ ਲੋੜ ਹੈ। ਇਹ 3 ਚੀਜ਼ਾਂ 'ਤੇ ਕੇਂਦਰਿਤ ਹੀ ਐਜੂਕੇਸ਼ਨ ਪਾਲਿਸੀਜ਼ ਬਣਨੀਆਂ ਚਾਹੀਦੀਆਂ ਔਰ ਇਹ ਸਰਕਾਰਾਂ ਨੂੰ, ਲੋਕਲ ਐਡਮਿਨਿਸਟ੍ਰੇਸ਼ਨ ਨੂੰ, ਸਮਾਜ ਨੂੰ, ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਦੀ ਭੂਮਿਕਾ ਨੂੰ ਬਹੁਤ ਖੁੱਲ੍ਹੇ ਦਿਲ ਨਾਲ ਜਿਹੜਾ ਆ ਉਹ ਲੈਣਾ ਚਾਹੀਦਾ। ਉਹਦਾ ਇੱਕ ਰੀਜ਼ਨ ਹੈ, ਤਰਕ ਹੈ। ਅੱਜ ਦੀ ਡੇਟ ਦੇ ਵਿੱਚ 18 ਸਾਲ ਦਾ ਇੱਕ ਇਨਸਾਨ ਹੈ ਉਹ ਵੋਟਰ ਬਣ ਜਾਂਦਾ। ਇਹਦਾ ਮਤਲਬ ਹੈ ਅਸੀਂ ਉਹਨੂੰ ਇਹ ਮੰਨ ਲਿਆ ਵੀ 18 ਸਾਲ ਦਾ ਜਿਹੜਾ ਵੋਟਰ ਹੈ, ਇਨਸਾਨ ਹੈ, ਇੰਡੀਆ ਦਾ ਬਸ਼ਿੰਦਾ ਹੈ, ਉਹ ਇੱਕ ਗੌਰਮੈਂਟ ਚੁਣਨ ਦੇ ਕਾਬਲ ਹੈ। ਇਹਦਾ ਮਤਲਬ ਹੈਗਾ ਵੀ ਉਹ ਮੈਚਿਓਰ ਇਨਫ ਹੈ, ਗੌਰਮੈਂਟ ਚੁਣਨੀ ਹੈ। ਉਹਦੀ ਆਪਣੀ ਐਜੂਕੇਸ਼ਨ, ਉਹਦੀ ਹੈਲਥ, ਉਹਦਾ ਲਾ ਐਂਡ ਆਰਡਰ, ਇੰਡਸਟਰੀ, ਕਿੰਨੇ ਡਿਪਾਰਟਮੈਂਟ ਜਿਹੜੇ ਆ ਦੀ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ। ਅਸੀਂ ਇਹ ਮੰਨ ਲਿਆ ਵੀ ਉਹ ਜਿਹੜਾ ਇਨਸਾਨ ਜਿਹੜਾ ਉਹ ਮੈਚਿਓਰ ਹੈ। ਲੇਕਿਨ ਜਦੋਂ ਬੱਚਾ ਕਿਸੇ ਵੀ ਸਕੂਲ 'ਚ ਮਾਪਿਆਂ ਨੇ ਪਾਉਣਾ, ਤਕਰੀਬਨ ਉਹਨਾਂ ਦੀ ਉਮਰ ਹੁੰਦੀ ਹੈ 27-28 ਸਾਲ। ਇਹ ਵੀ ਸਾਨੂੰ ਫਿਰ ਮੰਨ ਲੈਣਾ ਚਾਹੀਦਾ ਵੀ ਹੀ ਔਰ ਸ਼ੀ ਇਜ਼ ਕੰਪੀਟੈਂਟ। ਉਹ ਆਪਣੀ ਚਾਦਰ ਦੇ ਮੁਤਾਬਕ, ਆਪਣੀ ਪਾਕਟ ਦੇ ਮੁਤਾਬਕ ਉਹ ਪੂਰੀ ਤਰ੍ਹਾਂ ਸੁਚੇਤ ਹੈ ਵੀ ਉਹਨੇ ਆਪਣੇ ਬੱਚੇ ਨੂੰ ਕਿੱਥੇ ਪਾਉਣਾ ਹੈ। ਸਾਡੇ ਸਕੂਲਾਂ ਦੇ ਵਿੱਚ ਇੱਕ ਪਲੱਸ ਪੁਆਇੰਟ ਕੀ ਹੈ, ਜੋ ਵੀ ਚੀਜ਼ ਕਿਸੇ ਸੈਸ਼ਨ ਦੀ ਫੀਸ ਹੁੰਦੀ ਹੈ, ਹਰ ਚੀਜ਼ ਕਲੀਅਰ ਹੁੰਦੀ ਹੈ, ਕੋਈ ਵੀ ਚੀਜ਼ ਲੁਕ ਵੀ ਨਹੀਂ ਹੁੰਦੀ। ਅਤੇ ਪੇਰੈਂਟਸ ਨੂੰ ਆਪਣੀ ਪਾਕਟ ਦਾ ਪਤਾ ਹੁੰਦਾ। ਜਿਹਦੇ 2 ਬੱਚੇ ਆ, ਘਰ 'ਚ ਉਹਨਾਂ ਦੇ 6 ਮੈਂਬਰ ਆ, ਮਾਤਾ ਪਿਤਾ ਉਹਨਾਂ ਦਾ ਡਿਪੈਂਡੈਂਟ ਹੈ, ਵਾਈਫ ਡਿਪੈਂਡੈਂਟ ਹੈ, 2 ਬੱਚੇ ਹੈ, ਉਹਨੂੰ ਸ਼ਰਾਬ ਪੀਣ ਦੀ ਆਦਤ ਹੈ, ਉਹ ਆਪਣੇ ਬੱਚਿਆਂ ਨੂੰ ਗੌਰਮੈਂਟ ਸਕੂਲ 'ਚ ਪਾ ਸਕਦਾ ਜਿੱਥੇ ਫ੍ਰੀ ਐਜੂਕੇਸ਼ਨ ਮਿਲਦੀ ਹੈ। ਉੱਥੇ ਟੀਚਰਸ ਵੀ ਬਹੁਤ ਪੜ੍ਹੇ ਲਿਖੇ ਆ, ਉਹਨਾਂ ਕੋਲ ਇਨਫਰਾਸਟਰਕਚਰ ਵੀ ਪੂਰਾ ਹੈ, ਗੌਰਮੈਂਟ ਦੀ ਪੂਰੀ ਉਹਨਾਂ ਨੂੰ ਬੈਕਅਪ ਵੀ ਹੈ। ਉਸ ਤੋਂ ਬਾਹਰ ਆ ਜਾਓ ਵੀ ਜਿਹੜੇ ਬੱਚੇ ਮਾਤਾ ਪਿਤਾ ਦੋਨੇ ਕਮਾਉਣ ਵਾਲੇ, ਉਹਨਾਂ ਦਾ 1 ਜਾਂ 2 ਬੱਚਾ ਹੈ, ਉਹ ਆਪਣੇ ਬੱਚਿਆਂ ਨੂੰ ਬਹੁਤ ਉੱਚ ਕੋਟੀ ਦੀ ਸਿੱਖਿਆ ਦੇਣੀ ਚਾਹੁੰਦੇ ਆ। ਉਹ ਆਪਣਾ ਘੁੰਮ ਕੇ 6 ਸਕੂਲ ਵਿਜ਼ਿਟ ਕਰਨ ਤੋਂ ਬਾਅਦ ਡਿਸਾਈਡ ਕਰਦਾ ਵੀ ਮੇਰੀ ਪਾਕਟ ਦੇ ਮੁਤਾਬਿਕ ਇਹ ਸਕੂਲ ਜਿਹੜਾ ਮੈਂ ਚੁਣਨਾ ਹੈ। ਸੋ ਮੈਂ ਸਮਝਦਾ ਸਰਕਾਰਾਂ ਨੂੰ ਬਹੁਤ ਜ਼ਿਆਦਾ ਜਿਹੜੀ ਪ੍ਰਾਈਵੇਟ ਸਕੂਲਾਂ 'ਚ ਇੰਟਰਫੀਅਰਸ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਪਤਾ ਨਹੀਂ ਕਿਉਂ, ਕਿਸ ਪੱਖ ਨਾਲ ਉਹ ਸੋਚ ਕੇ
ਪਾਪੂਲਿਸਟ ਮੇਅਰਸ ਹੈ ਜਾਂ ਕੋਈ ਹੋਰ ਉਹਨਾਂ ਦਾ ਕਾਰਨ ਹੈ ਜਾਂ ਮਜਬੂਰੀ ਹੈ। ਮੇਰੇ ਆਪਣੇ ਹਿਸਾਬ ਦੇ ਨਾਲ ਤੇ ਇਹ ਦੋਨਾਂ ਸੈਕਟਰਸ, ਗਵਰਨਮੈਂਟ ਸੈਕਟਰ, ਗਵਰਨਮੈਂਟ ਸਕੂਲ ਤੇ ਪ੍ਰਾਈਵੇਟ ਸਕੂਲਸ ਹੈ, ਇਹਨਾਂ ਨੂੰ ਇੱਕ ਦੂਜੇ ਦੇ ਨਾਲ ਚੱਲ ਕੇ ਸਮਾਜ ਦੇ ਜੋ ਬੱਚੇ ਹੈਗੇ ਛੋਟੇ 18 ਸਾਲ ਤੱਕ 17 ਸਾਲ ਤੱਕ, ਉਹਨਾਂ ਦੀ ਐਜੂਕੇਸ਼ਨ ਜਿਹੜੀ ਆ, ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਦੀ ਜਿਹੜੀਆਂ ਲਾਈਫ ਸਕਿੱਲਸ ਕਿਵੇਂ ਇੰਪਰੂਵ ਹੋ ਸਕਦੀਆਂ, ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਸਿਟੀਜ਼ਨਸ, ਗਲੋਬਲ ਸਿਟੀਜ਼ਨ ਜਿਹੜੇ ਅਸੀਂ ਇੰਡੀਆ ਨੇ ਜੇ ਲੀਡ ਕਰਨਾ ਹੈ ਤਾਂ ਉਹਨਾਂ ਦੀਆਂ ਉਨੀਆਂ ਸਕਿੱਲਸ ਜਿਹੜੀਆਂ ਡਿਵੈਲਪ ਹੋਣ। ਇਹ ਦੋਨਾਂ ਸੈਕਟਰਸ ਦੀ ਮੈਕਸਿਮਮ ਯੂਜ਼ ਬੈਨੀਫਿਟ ਲੈਣਾ ਚਾਹੀਦਾ ਸਰਕਾਰਾਂ ਨੂੰ। ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਜਿਹੜਾ ਹੈ ਉਹ ਇਹ ਹੈ ਕਿ ਜਿਹੜਾ ਕੁਝ ਟਾਈਮ ਤੱਕ ਲੋਕਡਾਊਨ ਖੁੱਲ ਜਾਏਗਾ, ਫਿਰ ਵੀ ਜਿਹੜਾ ਕਰੋਨਾ ਦਾ ਖਤਰਾ ਕਿਤੇ ਨਾ ਕਿਤੇ ਬਣਿਆ ਜ਼ਰੂਰ ਰਹੇਗਾ, ਕਿਉਂਕਿ ਕਰੋਨਾ ਹਾਲੇ ਖਤਮ ਹੋਣ ਦਾ WHO ਦਾ ਵੀ ਕਹਿਣਾ ਹੈ ਕਿ ਜਿਹੜੀ ਵੈਕਸੀਨਸ ਬਣਨਗੀਆਂ ਉਹਨੂੰ ਟਾਈਮ ਲੱਗ ਸਕਦਾ। ਤੁਹਾਨੂੰ ਕੀ ਲੱਗਦਾ ਜਦੋਂ ਲੋਕਡਾਊਨ ਖੁੱਲ ਜਾਏਗਾ, ਜਦੋਂ ਇੰਸਟੀਟਿਊਸ਼ਨਸ ਨੂੰ ਚਲਾਉਣ ਦੀ ਪਰਮਿਸ਼ਨਸ ਮਿਲ ਜਾਏਗੀ, ਕੀ ਜਿਹੜੇ ਨੇ ਗਾਈਡਲਾਈਨਸ ਜਾਂ ਕੀ ਜਿਹੜੀਆਂ ਪ੍ਰੀਕਾਸ਼ਨਸ ਆ ਉਹ ਤੁਹਾਡੇ ਇੰਸਟੀਟਿਊਸ਼ਨਸ ਵੱਲੋਂ ਜਿਹੜੀਆਂ ਉਹ ਲਿੱਤੀਆਂ ਜਾਣਗੀਆਂ ਤਾਂ ਕਿ ਸਟੂਡੈਂਟਸ ਜਿਹੜੇ ਸਕੂਲ ਦੇ ਵਿੱਚ ਪੜ੍ਹਨ ਆਉਣਗੇ ਉਹਨਾਂ ਨੂੰ ਜਿਹੜੀ ਹੈ ਕਿਸੇ ਤਰੀਕੇ ਦੀ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ? ਦੇਖੋ, ਇਹ ਚਾਰ ਚਫੇਰੇ ਕਰੋਨਾ ਸੁਣ ਕੇ ਲੋਕ ਜਿਹੜੇ ਥੋੜ੍ਹੇ ਜਿਹੇ ਪੈਸਿਮਿਸਟਿਕ ਜਾਂ ਡਰ ਗਏ ਆ, ਲੇਕਿਨ ਸੱਚਾਈ ਤਾਂ ਇਹ ਗੱਲ ਹੈ ਵੀ ਇਹ ਕਰੋਨਾ ਨੇ ਪਤਾ ਨਹੀਂ 6 ਮਹੀਨੇ, ਸਾਲ, 2 ਸਾਲ ਇਹ ਖ਼ਤਮ ਨਹੀਂ ਹੋਣਾ। ਕਿੰਨੀ ਦੇਰ ਅਸੀਂ ਘਰੋਂ ਨਿਕਲਣਾ ਬੰਦ ਕਰ ਦਾਂਗੇ, ਸਾਡੇ ਕੰਮਕਾਰ ਬੰਦ ਕਰ ਲਾਂਗੇ, ਬਹੁਤੀ ਦੇਰ ਇਹ ਚੀਜ਼ਾਂ ਪੋਸੀਬਲ ਨਹੀਂ ਹੈ। ਲੇਕਿਨ ਸਰਕਾਰਾਂ ਨੇ ਵੀ ਹੁਣ ਦੱਸਣਾ ਸ਼ੁਰੂ ਕਰਤਾ ਹੈ, ਡਾਕਟਰਸ ਨੇ ਅਲੱਗ-ਅਲੱਗ ਸਰਵੇਜ਼ ਨੇ ਵੀ ਦੱਸਣਾ ਸ਼ੁਰੂ ਕਰ ਦਿੱਤਾ ਵੀ ਸਾਨੂੰ ਕਰੋਨਾ ਦੇ ਨਾਲ ਹੀ ਜੀਣਾ ਸਿੱਖਣਾ ਪਏਗਾ। ਜਿੱਥੋਂ ਤੱਕ ਸਕੂਲਾਂ ਦਾ ਹੈ ਸਵਾਲ, ਉੱਥੇ 1-2 ਤਰਕ ਆ ਰਹੇ ਹੈ ਵੀ ਪਹਿਲਾਂ 1 ਮਹੀਨਾ ਜਿਹੜਾ ਹੈ ਉਹ 50% ਬੱਚਿਆਂ ਦੇ ਨਾਲ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਵੀ ਅੱਧੀਆਂ ਕਲਾਸਿਸ, ਅੱਧੇ ਬੱਚੇ ਇੱਕ ਦਿਨ ਮੰਡੇ ਨੂੰ, ਅੱਧੇ ਬੱਚੇ ਟਿਊਜ਼ਡੇ ਨੂੰ, ਜਿਹਦੇ ਨਾਲ ਜਿਹੜੇ ਬੱਚੇ ਜੇ ਕਿਸੇ ਸਕੂਲ 'ਚ 1000 ਹੈ ਤਾਂ ਉਹ 500 ਹੋਏਗਾ। ਉਹਨਾਂ ਨੂੰ ਐਡਜਸਟ ਕਰਨਾ, ਉਹਨਾਂ ਦਾ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ ਈਜ਼ੀ ਹੋਏਗਾ। ਇੱਕ ਤਾਂ ਇਹ ਤਰਕ ਹੈ। ਦੂਸਰਾ ਹੈ ਵੀ ਕੁਛ ਏਜ ਦੇ ਬੱਚਿਆਂ ਨੂੰ, ਜਿਸ ਤਰ੍ਹਾਂ 1st to 5th ਜਾਂ 6th to 10th, ਉਹ 15 ਦਿਨ ਪਹਿਲਾਂ ਉਹਨਾਂ ਬੱਚਿਆਂ ਨੂੰ ਆਉਣ ਦਿੱਤਾ ਜਾਵੇ ਤਾਂ ਕਿ ਸਕੂਲਸ, ਪੇਰੈਂਟਸ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਆਪਣੇ ਆਪ ਨੂੰ ਤਿਆਰ ਕਰ ਲਿਆ, ਪੇਰੈਂਟਸ ਨੇ ਵੀ ਉਹਨੂੰ ਅਡੋਪਟ ਕਰ ਲਿਆ, ਡਰ ਖਤਮ ਹੋ ਗਿਆ। ਉਸ ਤੋਂ ਬਾਅਦ ਪੂਰੀ ਤਰ੍ਹਾਂ ਸਕੂਲ ਹੌਲੀ-ਹੌਲੀ ਖੋਲ੍ਹਣੇ ਚਾਹੀਦੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦੈਨਿਕ ਸਵੇਰਾ ਨੂੰ ਦਿੱਤਾ ਤੇ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਆਈਆਂ ਤੇ ਜਿਹੜੀਆਂ ਮੰਗਾਂ ਤੁਸੀਂ ਸਰਕਾਰ ਤੋਂ ਰੱਖੀਆਂ, ਉਮੀਦ ਹੈ ਉਹ ਸਰਕਾਰ ਤੱਕ ਜ਼ਰੂਰ ਪਹੁੰਚਣਗੀਆਂ। ਬਹੁਤ ਧੰਨਵਾਦ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਸਾਡਾ ਡਾਕਟਰ ਨਰੋਤਮ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੀ ਜਿਹੜੀ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਪ੍ਰੋਬਲਮ ਆਈਆਂ ਇਸ ਲੋਕਡਾਊਨ ਦੇ ਦੌਰਾਨ, ਫਿਰ ਉਹ ਪ੍ਰਾਈਵੇਟ ਹੋਣ ਜਾਂ ਫਿਰ ਸਰਕਾਰੀ ਨੂੰ ਜਿਹੜੀਆਂ ਪ੍ਰੋਬਲਮਸ ਆਈਆਂ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪ੍ਰਾਈਵੇਟ ਤੇ ਸਰਕਾਰੀ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ। ਜਿਹੜੀਆਂ ਲਾਈਫ ਸਕਿੱਲਸ ਜਿਹੜੀਆਂ ਇੰਪੋਰਟੈਂਟ ਨੇ, ਸਰਕਾਰ ਨੂੰ ਚਾਹੀਦਾ ਉਹ ਲਾਈਫ ਸਕਿੱਲਸ ਜਿਹੜੀਆਂ ਹੈ ਉਹ ਹਰ ਸਕੂਲ ਦੇ ਵਿੱਚ ਜਿਹੜੀਆਂ ਹੈ ਉਹਨੂੰ ਅਪਲਾਈ ਕਰਾਉਣਾ ਚਾਹੀਦਾ, ਫਿਰ ਭਾਵੇਂ ਉਹ ਪ੍ਰਾਈਵੇਟ ਇੰਸਟੀਟਿਊਸ਼ਨ ਹੋਵੇ ਜਾਂ ਫਿਰ ਗਵਰਨਮੈਂਟ ਇੰਸਟੀਟਿਊਸ਼ਨ ਹੋਵੇ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ TV ਜਲੰਧਰ ਤੋਂ।